ਗੁੱਡ ਮਾਰਨਿੰਗ ਸਟੂਡੈਂਟਸ ਤੁਹਾਡੇ ਅਗਲੇ ਟੌਪਿਕ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਤੁਹਾਡੇ ਸੋਸ਼ਲ ਆਬਜੈਕਟਿਵਸ ਦੀ। ਠੀਕ ਹੈ, ਪਿਛਲਾ ਟੌਪਿਕ ਜਿਹੜਾ ਡਿਸਕਸ ਹੋਇਆ ਸੀਗਾ ਉਹਦੇ ਵਿੱਚ ਗੱਲ ਹੋਈ ਸੀਗੀ ਕਿ ਆਪਣੇ ਇਕਨੋਮਿਕ ਆਬਜੈਕਟਿਵ ਕਿਹੜੇ ਨੇ। ਠੀਕ ਹੈ, ਔਰ ਉਹਦੇ ਵਿੱਚ ਜਿਹੜਾ ਆਪਾਂ ਫਸਟ ਔਰ ਬਿਲਕੁਲ ਸਿੰਪਲ ਜਿਹੜਾ ਬੇਸਿਕ ਕੰਸੈਪਟ ਕੀਤਾ ਸੀ ਉਹ ਸੀਗੇ ਇਕਨੋਮਿਕ ਆਬਜੈਕਟਿਵਸ। ਠੀਕ ਹੈ, ਹੁਣ ਇਹ ਸੈਕਿੰਡ ਪੁਆਇੰਟ ਆ, ਸੈਕਿੰਡ ਟਾਈਪ ਆ, ਉਹ ਹੋਏਗੀ ਸੋਸ਼ਲ ਆਬਜੈਕਟਿਵਸ, ਜਿਹਦੇ ਅੱਗੇ ਆਪਾਂ ਨੂੰ ਨੈਕਸਟ ਪੁਆਇੰਟ ਦਿੱਤੇ ਹੋਏ ਆ। ਨੈਕਸਟ 5 ਪੁਆਇੰਟ ਨੇ। ਠੀਕ ਹੈ, ਜਿਨ੍ਹਾਂ ਨੂੰ ਆਪਾਂ ਥੋੜ੍ਹਾ ਕਰਕੇ ਅੱਜ ਡਿਸਕਸ ਕਰਾਂਗੇ ਐਂਡ ਕੋਈ ਵੀ ਡਾਊਟ ਹੋਇਆ ਤਾਂ ਤੁਸੀਂ ਪੁੱਛ ਸਕਦੇ ਹੋ। ਤਾਂ ਫਸਟ ਦੇਖੋ, ਅਵੇਲੇਬਿਲਿਟੀ ਆਫ ਗੁੱਡਸ। ਠੀਕ ਹੈ, ਅਵੇਲੇਬਿਲਿਟੀ ਆਫ ਗੁੱਡਸ ਦਾ ਮਤਲਬ ਹੁੰਦਾ ਕਿ ਮਟੀਰੀਅਲ ਨੂੰ ਉਪਲਬਧ ਕਰਵਾਉਣਾ, ਸਮਾਨ ਨੂੰ ਉਪਲਬਧ ਕਰਵਾਉਣਾ। ਠੀਕ ਹੈ, ਕੋਈ ਵੀ ਬਿਜ਼ਨਸਮੈਨ ਆ ਉਹਦਾ ਪਹਿਲਾ ਬਿਲਕੁਲ ਬੇਸਿਕ ਕੰਸੈਪਟ ਉਹਦਾ ਹੋਊਗਾ ਬਿਜ਼ਨਸ ਚਲਾਉਣ ਦਾ ਕਿ ਜਿਹੜੇ ਉਹਦੇ ਕਸਟਮਰ ਆ ਉਹਨਾਂ ਨੂੰ ਸਮਾਨ ਮਿਲ ਜੇ। ਠੀਕ ਹੈ, ਕਸਟਮਰ ਜਿਹੜੇ ਆ ਉਹ ਜਿੰਨੀ ਮਾਤਰਾ ਵਿੱਚ ਚਾਹੁੰਦੇ ਆ, ਜਿੰਨੀ ਕੁਆਲਿਟੀ ਚਾਹੁੰਦੇ ਆ, ਉਹ ਵਾਲਾ ਮਟੀਰੀਅਲ ਉਹਨਾਂ ਨੂੰ ਮਿਲ ਜੇ ਤਾਂ ਕਿ ਕਸਟਮਰ ਦੀਆਂ ਜਿਹੜੀਆਂ ਜ਼ਰੂਰਤਾਂ ਅਲੱਗ-ਅਲੱਗ ਜ਼ਰੂਰਤਾਂ ਜਿਹੜੀਆਂ, ਠੀਕ ਹੈ, ਔਰ ਉਹਨਾਂ ਦੀ ਜਿਹੜੀ ਇੱਕ ਇੱਛਾ ਹੈ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ, ਕਿਉਂਕਿ ਹਰੇਕ ਕੰਜ਼ਿਊਮਰ ਦੀ ਅਲੱਗ ਇੱਛਾ ਹੋਏਗੀ ਔਰ ਹਰੇਕ ਪਰਸਨ ਆ ਜਿਹੜਾ ਉਹ ਮਟੀਰੀਅਲ ਆਪਣੇ ਅਕੋਰਡਿੰਗ ਆਪਦੀ ਇੱਛਾ ਮੁਤਾਬਿਕ ਚਾਹੁੰਦਾ ਹੋਏਗਾ। ਸੋ ਉਹ ਇੱਛਾਵਾਂ ਉਹਨਾਂ ਦੀਆਂ ਪੂਰੀਆਂ ਹੋਣ। ਨੈਕਸਟ ਦੇਖੋ, ਇਹਦੇ ਲਈ ਇਕੱਲੇ ਬਿਜ਼ਨਸਮੈਨ ਹੀ ਨਹੀਂ, ਗਵਰਨਮੈਂਟ ਵੀ ਇੱਥੇ ਕਹਿ ਸਕਦੇ ਹਾਂ ਕਿ ਪਾਰਟੀਸਪੇਟ ਕਰ ਸਕਦੀ ਹੈ। ਗਵਰਨਮੈਂਟ ਵੀ ਆਪਣਾ ਹਿੱਸਾ ਪਾ ਸਕਦੀ ਹੈ। ਕਿਸ ਤਰੀਕੇ ਨਾਲ? ਗਵਰਨਮੈਂਟ ਨੂੰ ਚਾਹੀਦਾ ਕਿ ਉਹ ਲੋਕਾਂ ਤੱਕ ਪਹੁੰਚ ਕਰੇ ਔਰ ਉਹਨਾਂ ਦੇ ਖਾਣ ਪੀਣ ਦਾ ਮਟੀਰੀਅਲ ਹੈ ਜਿਹੜਾ ਉਹ ਸਾਰੀ ਜਨਤਾ ਤੱਕ ਪਹੁੰਚਾਏ। ਔਰ ਇਹਦੇ ਲਈ ਆਪਣੇ ਕੋਲ ਕੁਝ ਚੀਜ਼ਾਂ ਚੱਲ ਵੀ ਰਹੀਆਂ, ਜਿਵੇਂ ਆਟਾ ਦਾਲ ਸਕੀਮ। ਠੀਕ ਹੈ, ਜਾਂ ਕਣਕ ਆ ਜਿਹੜੀ ਉਹ ਪਹੁੰਚਾਈ ਜਾਂਦੀ ਹੈ ਕਿਹਦੇ ਜ਼ਰੀਏ? ਪਬਲਿਕ ਨੂੰ ਪਹੁੰਚਾਈ ਜਾਂਦੀ ਹੈ, ਪਬਲਿਕ ਡਿਸਟਰੀਬਿਊਸ਼ਨ ਸਿਸਟਮ। ਠੀਕ ਹੈ, ਇੱਕ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਆ ਜਿਹੜਾ ਉਹ ਚਲਾਇਆ ਜਾਂਦਾ ਜਿਹਦੇ ਜ਼ਰੀਏ ਲੋਕਾਂ ਨੂੰ ਜਿਹੜਾ ਸਮਾਨ ਆ ਉਹ ਪਹੁੰਚਾਇਆ ਜਾਂਦਾ। ਔਰ ਇਹਦਾ ਮੇਨ ਮਕਸਦ ਸਿਰਫ ਇੰਨਾ ਹੀ ਆ ਕਿ ਲੋਕਾਂ ਤੱਕ ਸਹੀ ਮਾਤਰਾ ਦੇ ਵਿੱਚ ਜਿਹੜਾ ਸਮਾਨ ਆ ਉਹ ਉਪਲਬਧ ਹੋ ਜਾਏ, ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਹੈ ਜਿਹੜੀ ਉਹ ਨਾ ਝੱਲਣੀ ਪਵੇ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਸਮਾਨ ਦੀ ਜਿਹੜੀ ਉਪਲਬਧਤਾ ਹੋਣੀ, ਇੱਕ ਪਹੁੰਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਦੇਸ਼ ਵਿੱਚ ਜਿੰਨੇ ਜ਼ਿਆਦਾ ਕਸਟਮਰ ਸੈਟਿਸਫਾਈ ਹੋਣਗੇ, ਜਿੰਨੇ ਜ਼ਿਆਦਾ ਕਸਟਮਰ ਜਿਹੜੇ ਆ ਉਹ ਮਟੀਰੀਅਲ ਖਰੀਦਣਗੇ, ਉਨੀ ਹੀ ਜ਼ਿਆਦਾ ਆਪਣੀ ਇਕਨੋਮਿਕ ਕੰਡੀਸ਼ਨ ਹੈ ਜਿਹੜੀ ਉਹ ਸਹੀ ਰਹੇਗੀ। ਨੈਕਸਟ ਹੈ ਸਪਲਾਈ ਆਫ ਕੁਆਲਿਟੀ ਗੁੱਡਸ ਐਟ ਜੈਨੂਅਨ ਪ੍ਰਾਈਸ। ਜੈਨੂਅਨ ਪ੍ਰਾਈਸ ਦਾ ਮਤਲਬ ਹੁੰਦਾ ਕਿ ਸਹੀ ਜਿਹੜਾ ਇੱਕ ਰੇਟ ਆ, ਠੀਕ ਆ, ਉਹ ਲਗਾਉਣਾ ਚਾਹੀਦਾ। ਕੁਆਲਿਟੀ ਜਿਹੜੀ ਇੱਕ ਕਹਿ ਸਕਦੇ ਹਾਂ ਕਿ ਗੌਨਾ ਜਿਹੜਾ ਮਟੀਰੀਅਲ ਦਾ ਉਹ ਜਿੰਨਾ ਕੁ ਚਾਹੀਦਾ, ਜਿੰਨੀ ਕੁ ਜ਼ਰੂਰਤ ਆ ਓਨਾ ਕੁ ਹੋਣਾ ਚਾਹੀਦਾ। ਤਾਂ ਦੇਖੋ, ਇਟ ਸ਼ੁੱਡ ਟੇਕ ਕੇਅਰ ਆਫ ਕੰਜ਼ਿਊਮਰਸ ਟੇਸਟ, ਲਾਈਕਿੰਗ, ਫੈਸ਼ਨ ਟੂ ਸੈਟਿਸਫਾਈ ਦੇਅਰ ਵਾਂਟਸ। ਕਿਸੇ ਵੀ ਕਸਟਮਰ ਦੇ ਟੇਸਟ ਨੂੰ ਜਾਣਨਾ ਜ਼ਰੂਰੀ ਆ, ਉਹਦੇ ਲਾਈਕ, ਉਹਦੇ ਡਿਸਲਾਈਕਸ ਨੂੰ ਜਾਣਨਾ ਜ਼ਰੂਰੀ ਹੈ ਵੀ ਕਿਹੜੀ ਚੀਜ਼ ਉਹ ਪਸੰਦ ਕਰੇਗਾ, ਕਿਹੜੀ ਚੀਜ਼ ਨੂੰ ਉਹ ਪਸੰਦ ਨਹੀਂ ਕਰੇਗਾ। ਠੀਕ ਹੈ, ਉਹਦੀਆਂ ਜ਼ਰੂਰਤਾਂ ਨੂੰ ਕਿਵੇਂ ਪੂਰੀਆਂ ਕੀਤਾ ਜਾ ਸਕਦਾ, ਜਾਣੀ ਕਿ ਸੈਟਿਸਫਾਈ ਕਿਵੇਂ ਕੀਤਾ ਜਾ ਸਕਦਾ। ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਵੀ ਬਿਜ਼ਨਸਮੈਨ ਦੇ ਲਈ ਇੱਕ ਬਹੁਤ ਜ਼ਿਆਦਾ ਜ਼ਰੂਰੀ ਕੰਸੈਪਟ ਬਣ ਜਾਂਦਾ, ਕਿਉਂਕਿ ਜਿੰਨਾ ਟਾਈਮ ਕਸਟਮਰ ਖੁਸ਼ ਹੀ ਨਹੀਂ ਹੋਊਗਾ ਤਾਂ ਉਹ ਜਿਹੜਾ ਮਟੀਰੀਅਲ ਆਪਣੀ ਮਾਰਕੀਟ ਦੇ ਵਿੱਚ ਸੇਲ ਨਹੀਂ ਕਰ ਪਾਊਗਾ। ਨੈਕਸਟ ਇਹ ਵੀ ਕਹਿ ਸਕਦੇ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਕਸਟਮਰ ਨੂੰ ਸੈਟਿਸਫਾਈ ਕਰਨ ਦੇ ਲਈ ਉਹ ਕੋਈ ਗਲਤ ਤਰੀਕਾ ਅਪਣਾਵੇ। ਠੀਕ ਹੈ, ਗੁੱਡਸ ਜ਼ਰੂਰ ਦੇਣੀਆਂ ਸਹੀ ਰੇਟ 'ਤੇ, ਪਰ ਕੁਆਲਿਟੀ ਵਾਲੀਆਂ ਹੋਣੀਆਂ ਚਾਹੀਦੀਆਂ ਔਰ ਉਹ ਲੀਗਲ ਗੁੱਡਸ ਹੋਣੀਆਂ ਚਾਹੀਦੀਆਂ। ਇਹ ਨਹੀਂ ਹੈ ਕਿ ਇਲੀਗਲ ਗੁੱਡਸ ਹੋਣ, ਕਸਟਮਰ ਇਲੀਗਲ ਗੁੱਡਸ ਦੀ ਡਿਮਾਂਡ ਕਰੇ ਔਰ ਉਹ ਗਵਰਨਮੈਂਟ ਦੇ ਜਿਹੜੇ ਰੂਲਸ ਰੈਗੂਲੇਸ਼ਨ ਉਹਨੂੰ ਫੋਲੋ ਹੀ ਨਾ ਕਰੇ ਔਰ ਇਲੀਗਲ ਗੁੱਡਸ ਆ ਜਾਣੀ ਕਿ ਜਿਹੜੀਆਂ ਨੁਕਸਾਨਦਾਇਕ ਚੀਜ਼ਾਂ ਜਿਹੜੀਆਂ ਬਣਾਵੇ। ਜਿਵੇਂ ਇਟ ਇਜ਼ ਅਗੇਂਸਟ ਦੀ ਐਥਿਕਸ ਆਫ ਬਿਜ਼ਨਸ ਟੂ ਸਪਲਾਈ ਅਡਲਟਰੇਟਡ, ਠੀਕ ਹੈ, ਸਬਸਟੈਂਡਰਡ ਔਰ ਹਾਰਮਫੁਲ ਗੁੱਡਸ ਟੂ ਦਾ ਪੀਪਲ। ਇਹ ਨਹੀਂ ਹੈ ਕਿ ਕੁਛ ਮਿਲਾਵਟ ਵਾਲੇ, ਕੁਛ ਘਟੀਆ ਕਿਸਮ ਦਾ ਮਟੀਰੀਅਲ ਨੂੰ ਯੂਜ਼ ਕਰਕੇ ਕੋਈ ਬਣੀ ਹੋਈ ਵਸਤੂ ਹੈ ਜਿਹੜੀ ਉਹ ਕਸਟਮਰ ਤੱਕ ਪਹੁੰਚਾਏ, ਕਿਉਂਕਿ ਜੋ ਇਸ ਤਰੀਕੇ ਨਾਲ ਕਰਦਾ ਹੈ ਤਾਂ ਉਹਨੂੰ ਗਵਰਨਮੈਂਟ ਦੀ ਜਿਹੜੀ ਪਨਿਸ਼ਮੈਂਟ ਆ ਉਹ ਲੈਣੀ ਪਏਗੀ। ਠੀਕ ਹੈ, ਉਹਨੂੰ ਜਿਹੜਾ ਜੁਰਮਾਨਾ ਉਹ ਭਰਨਾ ਪਏਗਾ। ਕਈ ਵਾਰੀ ਕੀ ਹੁੰਦਾ ਕਿ ਜਿਹੜੇ ਬਿਜ਼ਨਸਮੈਨ ਆ ਉਹ ਆਪਦੇ ਮਟੀਰੀਅਲ ਦੀ ਸੇਲ ਵਧਾਉਣ ਦੇ ਲਈ ਉਹਦੇ ਵਿੱਚ ਕੁਛ ਕੈਮੀਕਲ ਜ਼ਿਆਦਾ ਪਾ ਦਿੰਦੇ ਆ ਕਿ ਉਹਦੇ ਨਾਲ ਵਰਤੋਂ ਜਿਹੜੀ ਆ ਉਹ ਜ਼ਿਆਦਾ ਵਧੀਆ ਹੋ ਜਾਏ, ਬਟ ਉਹ ਕੈਮੀਕਲ ਆ ਜਿਹੜੇ ਉਹ ਨੁਕਸਾਨ ਵਾਲੇ ਵੀ ਹੋ ਸਕਦੇ ਆ। ਠੀਕ ਹੈ, ਕਿਸੇ ਦੀ ਹੈਲਥ ਨੂੰ, ਕਿਸੇ ਦੇ ਕਹਿ ਸਕਦੇ ਹਾਂ ਕਿ ਇਮਿਊਨ ਸਿਸਟਮ ਨੂੰ ਵੀਕ ਕਰ ਸਕਦੇ ਹਾਂ ਜੇ ਖਾਣ ਵਾਲਾ ਮਟੀਰੀਅਲ ਹੈ ਤਾਂ। ਸੋ ਇਹ ਚੀਜ਼ਾਂ ਤੋਂ ਉਹਨਾਂ ਨੂੰ ਦੂਰ ਹੀ ਰਹਿਣਾ ਚਾਹੀਦਾ। ਗੁੱਡਸ ਸਪਲਾਈ ਜਿਹੜੀ ਕਰਨੀ ਉਹਨਾਂ ਨੇ ਉਹ ਕੁਆਲਿਟੀ ਦੀ ਹੋਣੀ ਚਾਹੀਦੀ ਹੈ, ਪ੍ਰਾਈਸ ਉਹਦਾ ਸਹੀ ਹੋਣਾ ਚਾਹੀਦਾ, ਫਿਰ ਹੀ ਕਹਿ ਸਕਦੇ ਹਾਂ ਕਿ ਬਿਜ਼ਨਸ ਆ ਜਿਹੜਾ ਉਹ ਸਹੀ ਚੱਲ ਸਕਦਾ। ਔਰ ਸਪਲਾਈ ਕਰਨਾ ਗੁੱਡਸ ਨੂੰ ਸਹੀ ਮਾਤਰਾ ਦੇ ਵਿੱਚ, ਇਹ ਵੀ ਉਹਨਾਂ ਦਾ ਮੇਨ ਓਬਜੈਕਟਿਵ ਹੀ ਰਹੇਗਾ। ਨੈਕਸਟ ਦੇਖਦੇ ਹਾਂ, ਦੇਖੋ, ਕ੍ਰੀਏਟਿੰਗ ਇੰਪਲੋਇਮੈਂਟ ਓਪਰਚੁਨਿਟੀਜ਼। ਠੀਕ ਹੈ,
ਕ੍ਰੀਏਟਿੰਗ ਇੰਪਲੋਇਮੈਂਟ ਓਪਰਚੁਨਿਟੀਜ਼ ਦਾ ਮਤਲਬ ਹੈਗਾ ਕਿ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ। ਲੋਕ ਜਿਹੜੇ ਹੁਣ ਉੱਥੇ ਕੰਮ ਕਰਦੇ, ਜ਼ਰੂਰੀ ਨਹੀਂ ਹੈ ਕਿ ਜੇ ਕਿਸੇ ਨੇ ਬਿਜ਼ਨਸ ਚਲਾ ਲਿਆ ਤਾਂ ਸਿਰਫ ਪੈਸਾ ਉਹਨੂੰ ਹੀ ਮਿਲੇਗਾ, ਨਹੀਂ। ਹੁਣ ਜਿਹੜੇ ਉੱਥੇ ਕੰਮ ਕਰਦੇ ਆ, ਜਿਹੜੇ ਉੱਥੇ ਮਿਹਨਤ ਕਰਦੇ ਆ, ਡੇਲੀ ਦੀ ਵੇਜਿਸ ਲੈਂਦੇ ਆ, ਇਨ ਰਿਐਲਿਟੀ ਦੇ ਵਿੱਚ ਕੰਮ ਤਾਂ ਉਹ ਵੀ ਕਰ ਰਹੇ ਆ, ਪੈਸਾ ਉਹਨਾਂ ਨੂੰ ਵੀ ਮਿਲ ਰਿਹਾ, ਠੀਕ ਹੈ। ਤਾਂ ਇਹ ਕਹਿ ਸਕਦੇ ਹਾਂ ਕਿ ਬਿਜ਼ਨਸ ਦਾ ਮੇਨ ਮਕਸਦ ਹੋਏਗਾ ਲੋਕਾਂ ਨੂੰ ਜੋਬ ਦੇਣਾ, ਉਹਨਾਂ ਨੂੰ ਇੰਪਲੋਇਮੈਂਟ ਦੇ ਮੌਕੇ ਜਿਹੜੇ ਉਹ ਦੇਣੇ। ਜਾਂ ਕਹਿ ਸਕਦੇ ਹਾਂ ਕਿ ਅਨਦਰ ਇੰਪੋਰਟੈਂਟ ਓਬਜੈਕਟਿਵ ਆਫ ਬਿਜ਼ਨਸ ਇਜ਼ ਟੂ ਪ੍ਰੋਵਾਈਡ ਇੰਪਲੋਇਮੈਂਟ ਓਪਰਚੁਨਿਟੀ ਟੂ ਦਾ ਪਬਲਿਕ। ਲੋਕਾਂ ਨੂੰ ਕੰਮ ਕਰਨ ਦੇ ਮੌਕੇ ਦੇਣਾ, ਠੀਕ ਹੈ, ਇੰਪਲੋਇਮੈਂਟ ਦੀ ਇੱਕ ਜਿਹੜੀ ਸਹੂਲਤ ਆ ਦੇਣੀ। ਬਿਕੋਜ਼ ਨਾਟ ਓਨਲੀ ਕਿਉਂਕਿ ਇਟ ਨਾਟ ਓਨਲੀ ਪ੍ਰੋਵਾਈਡ ਲਾਈਵਲੀਹੁੱਡ ਟੂ ਦ ਇਟਸ ਓਨਰ but it to make money to many other person who are engaged in the process of business industry, trade and transportation and banking and insurance, है ना। और ਇਹਦੇ ਵਿੱਚ ਕੀ ਹੋਏਗਾ, to earn profit, ਕਿ ਜਿੰਨੇ ਵੀ ਪਰਸਨ ਇੱਥੇ ਇੰਗੇਜਡ, ਸਿਰਫ ਇਹ ਨਹੀਂ ਕਿ ਜਿਹੜੇ ਉਹਦੇ ਓਨਰ ਆ ਉਹਨੂੰ ਪੈਸਾ ਮਿਲੇਗਾ, ਉਹਨੂੰ ਹੀ ਇੰਪਲੋਇਮੈਂਟ ਮਿਲੇਗੀ, ਉਹਨੂੰ ਹੀ ਸਾਰਾ ਕੁਛ ਮਿਲੇਗਾ ਉਹਨੂੰ ਜ਼ਿੰਦਾ ਰਹਿਣ ਦੇ ਲਈ, ਬਟ ਜਿਹੜੇ ਪਰਸਨ ਬਾਕੀ ਉਹਦੇ ਵਿੱਚ ਜੁੜੇ ਹੋਣਗੇ, ਬਾਈ ਮਿਸਟੇਕ ਇੱਥੇ ਬੋਲਤਾ ਸੀ ਕਿ ਜਿਹੜੇ ਬਾਕੀ ਅਦਰ ਪਰਸਨ ਜੁੜੇ ਹੋਣਗੇ, ਜਿਹੜੇ ਅਲੱਗ-ਅਲੱਗ ਕੰਮਾਂ ਦੇ ਵਿੱਚ ਹੋਣਗੇ, ਜਿਵੇਂ ਕੋਈ ਇੰਡਸਟਰੀ ਦੇ ਵਿੱਚ ਹੋਏਗਾ, ਕੋਈ ਟ੍ਰੇਡ ਦੇ ਵਿੱਚ, ਕੋਈ ਟਰਾਂਸਪੋਰਟੇਸ਼ਨ ਦੇ ਵਿੱਚ, ਕੋਈ ਬੈਂਕਿੰਗ ਦੇ ਵਿੱਚ, ਠੀਕ ਹੈ। ਐਂਡ ਕਈ ਇੰਸ਼ੋਰੈਂਸ ਦੇ ਨਾਲ ਹੋਣਗੇ, ਕਿਹਦੇ ਲਈ, ਕਿਉਂਕਿ ਉਹਨਾਂ ਨੇ ਵੀ ਕੁਛ ਪ੍ਰੋਫਿਟ ਆ ਜਿਹੜਾ ਉਹ ਅਰਨ ਕਰਨਾ ਹੋਵੇਗਾ, ਕਿਹਦੇ ਜ਼ਰੀਏ, ਕੰਮ ਕਰਕੇ, ਵਰਕਿੰਗ ਕਰਕੇ, ਠੀਕ ਹੈ, ਵੇਜਿਸ ਔਰ ਸੈਲਰੀਜ਼, ਠੀਕ ਹੈ। ਇਹਨਾਂ ਚੀਜ਼ਾਂ ਨੂੰ ਅਰਨ ਕਰੇਗਾ, ਫਿਰ ਹੀ ਉਹਦੇ ਜਿਹੜੇ ਕਹਿ ਸਕਦੇ ਹਾਂ ਕਿ ਉਹਦੀ ਜਿਹੜੀ ਇੰਪਲੋਇਮੈਂਟ ਆ ਉਹਨੂੰ ਮਿਲ ਰਹੀ ਹੋਏਗੀ। ਨੈਕਸਟ ਹੋਏਗਾ ਕੋਆਪਰੇਸ਼ਨ ਵਿਦ ਗਵਰਨਮੈਂਟ। ਹੁਣ ਗਵਰਨਮੈਂਟ ਦੇ ਨਾਲ ਕੋਆਪਰੇਸ਼ਨ ਕਰਕੇ ਚੱਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਗਵਰਨਮੈਂਟ ਟੈਕਸ ਵਗੈਰਾ ਚੇਂਜ ਕਰਦੀ ਆ, ਕੋਈ ਵੀ ਟੈਕਸ ਦੇ ਵਿੱਚ ਚੇਂਜਿਸ ਆਉਂਦੇ ਆ, ਕੋਈ ਵੀ ਰੇਟ ਚੇਂਜ ਹੁੰਦੇ ਆ, ਤਾਂ ਉਹਦੇ ਲਈ ਜਿਹੜਾ ਕੋਈ ਵੀ ਬਿਜ਼ਨਸਮੈਨ ਆ ਉਹਨੂੰ ਕਾਫੀ ਨੁਕਸਾਨ ਹੋ ਸਕਦਾ। ਜਿਵੇਂ ਲਾਸਟ ਈਅਰ ਕੁਛ ਜਿਹੜੇ ਚੇਂਜਿਸ ਹੋਏ ਸੀਗੇ, ਉਹਦੇ ਵਿੱਚ GST ਟੈਕਸ ਜਿਹੜਾ ਐਡ ਕੀਤਾ ਗਿਆ ਸੀ, ਉਹਦੇ ਬਹੁਤ ਜ਼ਿਆਦਾ ਫਾਇਦੇ ਵੀ ਸੀਗੇ ਬਟ ਨੁਕਸਾਨ ਵੀ ਸੀ। ਫਾਇਦੇ ਇਹ ਸੀਗੇ ਕਿ ਬਾਕੀ ਜਿਹੜੇ ਬਹੁਤ ਜ਼ਿਆਦਾ, ਜਿਵੇਂ ਵੈਟ ਡਿਊਟੀ ਸੀ, ਠੀਕ ਹੈ, ਕਸਟਮ ਡਿਊਟੀ ਸੀਗੀਆਂ ਜਾਂ ਕੁਛ ਹੋਰ ਡਿਊਟੀ ਸੀਗੀਆਂ ਜਿਹੜੀਆਂ ਉਹ ਕੱਟ ਕਰਕੇ ਸਿਰਫ ਇੱਕ ਟੈਕਸ ਜਿਹੜਾ ਉਹ ਅਪਲਾਈ ਕੀਤਾ ਗਿਆ ਸੀ। ਨੁਕਸਾਨ ਇਹ ਸੀਗੇ ਕਿ ਛੋਟੇ ਕਾਰੋਬਾਰੀ ਹੈ ਜਿਹੜੇ, ਉਹਨਾਂ ਨੂੰ ਵੀ ਟੈਕਸ ਦੇਣਾ ਪੈ ਰਿਹਾ ਸੀਗਾ, ਔਰ ਉਹ ਵੀ ਟੈਕਸ ਜਿਹੜੇ ਉਹ ਦੇ ਰਹੇ ਆ। ਸਿੰਪਲ ਦੇਖੋ, the government regulate the business activities in the best interest of society welfare। ਗਵਰਨਮੈਂਟ ਹਮੇਸ਼ਾ ਧਿਆਨ 'ਚ ਰੱਖਦੀ ਹੈ ਕਿ ਬਿਜ਼ਨਸ ਦੀ ਜਿਹੜੀ ਕੋਈ ਵੀ ਐਕਟੀਵਿਟੀ ਚੱਲ ਰਹੀ ਹੈ ਉਹ ਬੈਸਟ ਤਰੀਕੇ ਨਾਲ ਚੱਲੇ ਔਰ ਸੁਸਾਇਟੀ ਦੇ ਭਲਾਈ ਦੇ ਲਈ ਹੋਵੇ। ਸੋ ਇਹਦੇ ਲਈ ਕੀ ਉਹ ਬਿਜ਼ਨਸ ਨੂੰ ਕੁਛ ਟੈਕਸ ਵਗੈਰਾ ਦੀਆਂ ਫੈਸਿਲਿਟੀਜ਼, ਮਨੀ ਦੇ ਵਿੱਚ ਕੁਛ ਚੇਂਜਿਸ ਆਉਣੇ, ਇੱਦਾਂ ਦੀਆਂ ਕੁਛ ਫੈਸਿਲਿਟੀਜ਼ ਆ ਜਿਹੜੀਆਂ ਉਹ ਪ੍ਰੋਵਾਈਡ ਕਰਦੇ ਰਹਿੰਦੇ ਆ, ਔਰ ਉਹਦੇ ਵਿੱਚ ਜਿਹੜੇ ਬਿਜ਼ਨਸਮੈਨ ਹੋਣਗੇ ਉਹਨਾਂ ਨੂੰ ਕੰਮ ਕਰਨਾ ਹੋਏਗਾ, ਜਿਵੇਂ ਜਿਵੇਂ ਗਵਰਨਮੈਂਟ ਨੇ ਇੰਸਟਰਕਸ਼ਨਸ ਦਿੱਤੀਆਂ ਹੋਣਗੀਆਂ ਉਵੇਂ ਹੀ ਕਰਨਾ ਪਏਗਾ। ਜੇਕਰ ਉਹ ਇੱਦਾਂ ਨਹੀਂ ਕਰਦੇ ਤਾਂ ਉਹਨਾਂ ਦਾ ਲਾਇਸੈਂਸ ਜਿਹੜਾ ਕੈਂਸਲ ਕੀਤਾ ਜਾ ਸਕਦਾ, ਲਾਇਸੈਂਸ ਜਿਹੜਾ ਉਹ ਕੰਮ ਕਰਨ ਦਾ ਉਹ ਖ਼ਤਮ ਕੀਤਾ ਜਾ ਸਕਦਾ, ਰੱਦ ਕੀਤਾ ਜਾ ਸਕਦਾ। ਸੋ ਇਹ ਕਹਿ ਸਕਦੇ ਹਾਂ ਕਿ ਇਹ ਮੇਨ ਓਬਜੈਕਟਿਵ ਆ, ਓਬਲੀਗੇਸ਼ਨ ਆ, ਇੱਕ ਰਿਸਪੋਂਸੀਬਿਲਿਟੀ ਆ ਕਿ ਗਵਰਨਮੈਂਟ ਨੇ ਦਿੱਤੀਆਂ ਇੰਸਟਰਕਸ਼ਨਸ ਨੂੰ ਫੋਲੋ ਕਰਨਾ, ਠੀਕ ਹੈ, ਔਰ ਉਹਨਾਂ ਦੇ ਦਿੱਤੇ ਰੂਲਸ ਰੈਗੂਲੇਸ਼ਨ ਨੂੰ ਮੰਨਣਾ। ਨੈਕਸਟ ਹੋਏਗਾ ਪ੍ਰੋਪਰ ਯੂਟੀਲਾਈਜੇਸ਼ਨ ਆਫ ਰਿਸੋਰਸਿਸ। ਆਪਣੀ ਜਿਹੜੇ ਨੈਚੁਰਲ ਰਿਸੋਰਸਿਸ ਹੈ, ਜਿਵੇਂ ਆਇਲ ਹੋ ਗਿਆ, ਠੀਕ ਹੈ, ਕੋਲਾ, ਪੈਟਰੋਲੀਅਮ ਹੋ ਗਿਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਹੈ ਪ੍ਰੋਪਰ ਯੂਟੀਲਾਈਜ਼ ਕਰਨਾ। ਇਹ ਵੀ ਇੱਕ ਬਿਜ਼ਨਸਮੈਨ ਦਾ ਕੀ ਆ ਇੱਕ ਓਬਜੈਕਟਿਵ ਹੋਏਗਾ। ਜੇਕਰ ਉਹ ਚੀਜ਼ਾਂ ਬਣਾ ਰਿਹਾ, ਲਾਈਕ ਪਲਾਸਟਿਕ ਤੋਂ ਕੁਛ ਬਣਾ ਰਿਹਾ, ਪਲਾਸਟਿਕ ਦੀ ਮਦਦ ਨਾਲ ਕੁਛ ਬਣਾ ਰਿਹਾ, ਤਾਂ ਉਹਦਾ ਮਕਸਦ ਇਹੀ ਨਹੀਂ ਹੈ ਕਿ ਉਹਨੇ ਪਲਾਸਟਿਕ ਤੋਂ ਚੀਜ਼ ਬਣਾਈ ਔਰ ਉਹਨੂੰ ਬਾਅਦ 'ਚ ਜਦੋਂ ਵੇਸਟ ਹੋ ਗਈ ਉਹਨੂੰ ਯੂਜ਼ ਹੀ ਨਾ ਕੀਤਾ, ਠੀਕ ਹੈ। ਤਾਂ ਬਿਜ਼ਨਸਮੈਨ ਦੀ ਇੱਕ ਰਿਸਪੋਂਸੀਬਿਲਿਟੀ ਹੈ ਵੀ ਉਹ ਨਵੀਆਂ ਟੈਕਨੀਕਸ ਲੈ ਕੇ ਆਵੇ, ਨਵੇਂ ਗੈਜਟ ਲੈ ਕੇ ਆਵੇ, ਮਸ਼ੀਨਾਂ ਲੈ ਕੇ ਆਵੇ, ਤਾਂ ਕਿ ਉਹਨਾਂ ਨੂੰ ਦੁਬਾਰਾ ਯੂਜ਼ ਕੀਤਾ ਜਾ ਸਕੇ, ਰੀਸਾਈਕਲ ਕੀਤਾ ਜਾ ਸਕੇ, ਠੀਕ ਹੈ। ਰੀਸਾਈਕਲ ਕਰਕੇ ਦੁਬਾਰਾ ਉਸ ਵੇਸਟ ਮਟੀਰੀਅਲ ਨੂੰ ਮਾਰਕੀਟ ਦੇ ਵਿੱਚ ਪਹੁੰਚਾਇਆ ਜਾਵੇ। ਉਹਦੇ ਨਾਲ ਇੱਕ ਤਾਂ ਫਾਇਦਾ ਹੋਏਗਾ ਕਿ ਉਹਨਾਂ ਨੂੰ ਰॉ ਮਟੀਰੀਅਲ ਹੈ ਜਿਹੜਾ ਉਹ ਬਹੁਤ ਸਸਤਾ ਮਿਲ ਜੂਗਾ, ਕਿਉਂਕਿ ਜਿਹੜਾ ਵੇਸਟੇਜ ਮਟੀਰੀਅਲ ਹੁੰਦਾ ਉਹ ਸਸਤੇ ਰੇਟ ਦੇ ਵਿੱਚ ਉਹਨਾਂ ਨੂੰ ਮਿਲ ਸਕੇਗਾ। ਦੂਸਰਾ ਇਹ ਹੋਏਗਾ ਕਿ ਉਹਨਾਂ ਨੂੰ ਰੇਟ ਆ ਜਿਹੜਾ ਉਹ ਸਹੀ ਮਾਤਰਾ ਦੇ ਵਿੱਚ ਜਿਹੜਾ ਉਹ ਮਿਲ ਜੇਗਾ। ਥਰਡ ਇਹ ਹੋਏਗਾ ਕਿ ਨੈਚੁਰਲ ਪੋਲਿਊਸ਼ਨ ਆ ਜਿਹੜਾ ਨੇਚਰ ਪੋਲਿਊਸ਼ਨ ਆ ਉਹ ਘੱਟ ਜੂਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਇਫੈਕਟ ਕਰਦੀਆਂ, ਔਰ ਇਹ ਸਾਰਾ ਜਿਹੜਾ ਬਿਜ਼ਨਸਮੈਨ ਹੀ ਪ੍ਰੋਪਰ ਕੰਟਰੋਲ ਕਰ ਸਕਦਾ। ਹੁਣ ਜਿਵੇਂ ਆਪਾਂ ਗੰਗਾ ਰਿਵਰ ਦੀ ਗੱਲ ਕਰਦੇ ਹਾਂ, ਠੀਕ ਹੈ, ਬਹੁਤ ਸਾਰੀਆਂ ਫੈਕਟਰੀਆਂ ਉਹਦੇ ਵਿੱਚ ਪਾਣੀ ਜਿਹੜਾ ਉਹ ਡਰੇਨ ਕੀਤੇ ਤੋਂ ਬਿਨਾਂ, ਯਾਨੀ ਕਿ ਇਹ ਕਹਿ ਸਕਦੇ ਹਾਂ ਕਿ ਪਿਓਰੀਫਾਈ ਕੀਤੇ ਤੋਂ ਬਿਨਾਂ ਪਾ ਰਹੀਆਂ।
ਔਰ ਜਿਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਜਿਹੜੇ ਲੋਕ ਉਹਨੂੰ ਪੀਂਦੇ ਆ, ਜਿਹੜੇ ਸ਼ਹਿਰਾਂ ਨੂੰ, ਜਿਹੜੇ ਏਰੀਆ ਨੂੰ ਪਾਣੀ ਜਾਂਦਾ ਉਹਦੇ ਨਾਲ ਬਿਮਾਰੀਆਂ ਜਿਹੜੀਆਂ ਵੱਧ ਜਾਂਦੀਆਂ। ਹੁਣ ਥੋੜ੍ਹੇ ਕੁ ਟਾਈਮ ਤੱਕ ਉਹ ਬਿਲਕੁਲ ਖਤਮ ਰਿਹਾ ਤਾਂ ਰਿਵਰ ਆ ਜਿਹੜੀ ਬਹੁਤ ਕਲੀਨ ਹੋ ਗਈ। ਤਾਂ ਸਿੰਪਲੀ ਇੱਥੇ ਇਹ ਗੱਲ ਕਲੀਅਰ ਹੁੰਦੀ ਹੈ ਕਿ ਜਿਹੜਾ ਫੈਕਟਰੀਆਂ ਦਾ ਪੋਲਿਊਟਡ ਜਿਹੜਾ ਕੈਮੀਕਲ ਆ ਜਿਹੜਾ ਉਹ ਨਦੀਆਂ ਦੇ ਵਿੱਚ ਜਾਣ ਦੇ ਨਾਲ ਨੈਚੁਰਲ ਰਿਸੋਰਸਿਸ ਆ ਜਿਹੜਾ ਜਾਣੀ ਕਿ ਪਾਣੀ ਉਹ ਵੇਸਟ ਹੋ ਰਿਹਾ। ਸੋ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਤਾਂ ਇਹਨਾਂ ਨੂੰ ਚਾਹੀਦਾ ਕਿ ਪ੍ਰੋਪਰ ਯੂਟੀਲਾਈਜ਼ ਕਰਨਾ ਚਾਹੀਦਾ। ਪਿਓਰੀਫਿਕੇਸ਼ਨ ਜਿਹੜੇ ਮਸ਼ੀਨਾਂ ਪਿਓਰੀ ਫਿਲਟਰ ਆ ਜਿਹੜੇ ਉਹ ਲੈ ਕੇ ਆਉਣੇ ਚਾਹੀਦੇ ਆ ਤਾਂ ਕਿ ਵੇਸਟ ਮਟੀਰੀਅਲ ਆ ਜਿਹੜਾ ਉਹ ਨਦੀਆਂ ਜਾਂ ਜਿਹੜੇ ਨੈਚੁਰਲ ਰਿਸੋਰਸਿਸ ਆ ਜਿਵੇਂ ਜ਼ਮੀਨ ਵਗੈਰਾ ਵਿੱਚ ਕਈ ਵਾਰ ਪਾ ਦਿੰਦੇ ਆ ਕਾਫੀ ਵੱਡੇ ਖੱਡੇ ਕਰਕੇ, ਤਾਂ ਉਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਸੋ ਇੱਥੇ ਮੇਨ ਮਕਸਦ ਇਹ ਹੈ ਕਿ ਟੈਕਨੀਕਸ ਨੂੰ ਯੂਜ਼ ਕਰੋ, ਟੈਕਨੋਲੋਜੀ ਨੂੰ ਚੈੱਕ ਕਰੋ ਤਾਂ ਕਿ ਯੂਟੀਲਾਈਜੇਸ਼ਨ ਕੀਤਾ ਜਾ ਸਕੇ ਨੈਚੁਰਲ ਰਿਸੋਰਸਿਸ ਦਾ। ਸੋ ਇਹ ਸੀ ਅੱਜ ਦੇ ਕੰਸੈਪਟ ਐਂਡ ਉਮੀਦ ਹੈ ਕਿ ਤੁਹਾਨੂੰ ਸਮਝ ਆਈ ਹੋਏਗੀ। ਕੁਝ ਪੁਆਇੰਟਸ ਜਿਹੜੇ ਹੈਗੇ ਆ ਕਾਫੀ ਇੰਟਰਸਟਿਡ ਵੀ ਨੇ, ਸੋ ਜਾਂ ਰੀਡ ਕਰਨ ਦੀ ਕੋਸ਼ਿਸ਼ ਕਰਿਓ ਔਰ ਕੁਛ ਨਾ ਪਤਾ ਲੱਗੇ ਤਾਂ ਰਿਪਲਾਈ ਕਰਕੇ ਜਿਹੜਾ ਆਨਸਰ ਉਹ ਜ਼ਰੂਰ ਕਲੀਅਰ ਕਰਿਓ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।